ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਾਵਣ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਸੁਖਮਣੀ ਸਾਹਿਬ ਸੁੱਖਾਂ ਦੀ ਮਣੀ, ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਬਾਣੀ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸੰਤ, ਬਾਣੀ ਦੇ ਬੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਮਝਾ ਰਹੇ ਹਨ। ਬਾਣੀ ਦੁਆਰਾ ਸਤ ਬਚਨ ਸਾਧੂ ਉਪਦੇਸ਼। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪ ਸੰਤ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸੰਤ ਹਨ। ਉਹਨਾਂ ਦੀ ਉਪਦੇਸ਼ ਰੂਪੀ ਬਾਣੀ ਵੀ ਸੱਚੀ ਹੈ। ਸੰਤ ਜਨਾਂ ਦੇ ਉਪਦੇਸ਼, ਸੰਤ ਜਨਾਂ ਦੇ ਸਿੱਖਿਆ ਰੂਪੀ ਬਚਨ, ਸਿੱਖਿਆ ਰੂਪੀ ਬੋਲ ਸੱਚੇ ਹੁੰਦੇ ਹਨ। ਜੋ ਗੁਰਬਾਣੀ ਹੈ, ਗੁਰਬਾਣੀ ਦਾ ਉਪਦੇਸ਼ ਹੈ, ਸਿੱਖਿਆ ਹੈ, ਇਹ ਸਿੱਖਿਆ ਦੇ ਬੋਲ ਸੱਚੇ ਹੁੰਦੇ ਹਨ। ਮਹਾਰਾਜ ਜੀ ਸਮਝਾ ਰਹੇ ਹਨ, ਸਤ ਤੇ ਜਨ ਜਾਂ ਕੈ ਹਿਰਦੈ ਪ੍ਰਵੇਸ਼। ਜਿਨ੍ਹਾਂ ਪੁਰਖਾਂ ਦੇ ਹਿਰਦੇ ਵਿੱਚ ਸੱਚੇ ਬਚਨ ਪ੍ਰਵੇਸ਼ ਹੋਏ ਹਨ, ਬਸੇ ਹਨ ਅੰਦਰ ਹਿਰਦੇ ਦੇ ਵਿੱਚ, ਉਹ ਜਨ, ਉਹ ਪੁਰਖ ਸਤ ਸਰੂਪ ਹੋਏ ਹਨ, ਭਾਵ ਸ੍ਰੇਸ਼ਟ ਜਨ ਹੋਏ ਹਨ ਕਿ ਉਹ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਹਨ। ਜਿਨ੍ਹਾਂ ਪੁਰਸ਼ਾਂ ਦੇ ਅੰਦਰ ਹਿਰਦੇ ਦੇ ਵਿੱਚ ਗੁਰੂ ਦੀ ਬਾਣੀ, ਬਾਣੀ ਦੇ ਬਚਨ ਵਸ ਗਏ ਹਨ ਤੇ ਬਚਨ ਵਸਣੇ ਕਰਕੇ ਗੁਰਬਾਣੀ ਦੇ ਬਚਨਾਂ ਮੁਤਾਬਕ ਆਪਣੇ ਜੀਵਨ ਨੂੰ ਹੰਢਾਇਆ ਹੈ ਤੇ ਬਾਣੀ ਦੇ ਉਪਦੇਸ਼ ਦੁਆਰਾ ਨਾਮ ਜਪਿਆ ਹੈ, ਉਹ ਪੁਰਖ ਸਤ ਸਰੂਪ ਹੋਏ ਹਨ, ਭਾਵ ਸ੍ਰੇਸ਼ਟ ਜਨ, ਚੰਗੇ ਪੁਰਸ਼ ਬਣੇ ਹਨ। ਸਤ ਨਿਰਤ ਬੂਝੈ ਜੇ ਕੋਈ, ਕਿ ਸੱਚ ਤੇ ਨਿਰਤ ਝੂਠ। ਸੱਚ ਤੇ ਝੂਠ ਨੂੰ ਜੇਕਰ ਕੋਈ ਨਿਰਣਾ ਕਰਕੇ ਬੂਝੈ, ਸਮਝ ਲਵੇ। ਸਤ ਨਿਰਤ ਬੂਝੈ ਜੇ ਕੋਏ, ਕਿ ਸੱਚ ਤੇ ਨਿਰਤ ਝੂਠ ਨੂੰ ਜੇਕਰ ਕੋਈ ਨਿਰਣਾ ਕਰਕੇ ਸਮਝ ਲਵੇ, ਬੁੱਝ ਲਵੇ। ਜੇ ਕੋਈ ਝੂਠ ਨੂੰ ਨਿਰਤ ਹੁੰਦਾ ਹੈ, ਵਿਸ਼ੇਸ਼ ਕਰਕੇ ਬੁੱਝ ਲਵੇ। ਨਾਮ ਜਪਤ ਤਾਂ ਕੀ ਗਤ ਹੋਏ, ਉਸ ਦੀ ਹਰੀ ਵਾਹਿਗੁਰੂ ਦਾ ਨਾਮ ਜਪ ਕੇ ਕਲਿਆਣ ਹੁੰਦੀ ਹੈ। ਕਿ ਜੇ ਕੋਈ ਸੱਚ ਤੇ ਝੂਠ ਦਾ ਨਿਰਣਾ ਕਰਕੇ ਦੇਖੇ ਕਿ ਪਰਮੇਸ਼ਰ ਸੱਚਾ ਹੈ, ਉਸ ਪਰਮੇਸ਼ਰ ਦਾ ਨਾਮ ਜਪ ਕੇ ਫਿਰ ਕਲਿਆਣ ਹੁੰਦੀ ਹੈ। ਆਪ ਸਤ ਕੀਆ ਸਭ ਸਤ, ਹਰੀ ਵਾਹਿਗੁਰੂ ਆਪ ਹੀ ਸਤ ਹੈ ਅਤੇ ਉਸ ਦਾ ਪੈਦਾ ਕੀਤਾ ਹੋਇਆ ਸਾਰਾ ਕੁਝ ਸਤ ਸੱਚਾ ਹੈ। ਆਪੇ ਜਾਣੈ ਆਪਣੀ ਮਿਤਗਤ, ਆਪ ਉਹ ਆਪਣੀ ਮਰਜ਼ਾਦਾ ਨੂੰ, ਗਤੀ ਨੂੰ ਆਪ ਹੀ ਜਾਣਦਾ ਹੈ। ਆਪਣੀ ਮਿੱਤ ਨੂੰ, ਆਪਣੀ ਗਤ, ਗਤੀ ਨੂੰ, ਚਾਲ ਨੂੰ ਪਰਮੇਸ਼ਰ ਆਪ ਹੀ ਜਾਣਦਾ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਜਿਸ ਹਰੀ ਵਾਹਿਗੁਰੂ ਦੀ ਸ੍ਰਿਸ਼ਟ ਦੁਨੀਆ ਇਹ ਸ੍ਰਿਸ਼ਟੀ ਹੈ, ਉਹ ਆਪ ਹੀ ਕਰਨੈ ਹਾਰ, ਆਪ ਹੀ ਪਾਲਣਾ ਕਰਨ ਵਾਲਾ ਹੈ। ਆਵਰ ਨਾ ਬੂਝ ਕਰਤ ਵਿਚਾਰ, ਆਵਰ ਹੋਰ ਕੋਈ ਵੀ ਵਿਚਾਰ ਕਰੇ ਕਿ ਮੈਂ ਦੁਨੀਆ ਦਾ ਨਿਰਣਾ ਕਰ ਲਵਾਂਗਾ, ਉਹਨਾਂ ਨੂੰ ਕੋਈ ਵੀ ਸਮਝ ਨਹੀਂ ਪੈਂਦੀ। ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਕਿ ਜਿਸ ਹਰੀ ਵਾਹਿਗੁਰੂ ਦੀ ਦੁਨੀਆ ਹੈ, ਜੋ ਦੁਨੀਆ ਹਰੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਹ ਸ੍ਰਿਸ਼ਟੀ ਪੈਦਾ ਕੀਤੀ ਹੈ,
ਉਸ ਸ੍ਰਿਸ਼ਟੀ ਨੂੰ ਆਪ ਹੀ ਕਰਨਹਾਰ ਪਾਲਣਾ ਕਰਨ ਵਾਲਾ ਪਰਮੇਸ਼ਰ ਹੈ। ਹੋਰ ਕੋਈ ਵੀ ਵਿਚਾਰ ਕਰੇ ਕਿ ਦੁਨੀਆ ਦਾ ਨਿਰਣਾ ਕਰ ਲਵਾਂਗਾ, ਉਹਨਾਂ ਨੂੰ ਕੋਈ ਸਮਝ ਨਹੀਂ ਪੈਂਦੀ। ਕਰਤੇ ਕੀਮਤ ਨਾ ਜਾਣੈ ਕੀਆ। ਕਰਤੇ ਪੁਰਖ ਹਰੀ ਵਾਹਿਗੁਰੂ ਦੀ ਮਿੱਤ ਮਰਜ਼ਾਦਾ ਨੂੰ ਪੈਦਾ ਕੀਤਾ ਅਲਪੱਗ ਜੀਵ ਨਹੀਂ ਜਾਣ ਸਕਦਾ। ਕਰਤੇ ਕੀ ਮਿੱਤ, ਕਰਤੇ ਪੁਰਖ ਹਰੀ ਵਾਹਿਗੁਰੂ ਦੀ ਮਰਜ਼ਾਦਾ ਨੂੰ, ਮਿੱਤ ਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਆਪ ਹੀ ਜਾਣਦਾ ਹੈ ਕਿ ਅਲਪੱਗ ਜੀਵ ਨਹੀਂ ਜਾਣ ਸਕਦਾ। ਨਾਨਕ ਜੋ ਤਿਸ ਭਾਵੈ ਸੋ ਵਰਤੀਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਜਿਹੜਾ ਉਸ ਹਰੀ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਸੋ ਵਰਤੀਆ, ਉਹ ਕੁਝ ਹੀ ਵਰਤਦਾ ਹੈ। ਜੋ ਉਸ ਹਰੀ ਪਰਮੇਸ਼ਰ ਨੂੰ ਭਾਉਂਦਾ ਹੈ, ਉਹ ਹੀ ਵਰਤਦਾ ਹੈ। ਬਿਸਮਨ ਬਿਸਮ ਭਏ ਬਿਸਮਾਦ। ਜਿਨ੍ਹਾਂ ਦਾ ਬਿਸਮਨ ਵਿਸਿਆਂ ਵਾਲਾ ਮਨ ਸੀ, ਬਿਸਮਨ ਬਿਸਮ ਭਏ ਬਿਸਮਾਦ, ਜਿਨ੍ਹਾਂ ਦਾ ਬਿਸਮਨ ਕੇ ਵਿਸਿਆਂ ਵਾਲਾ ਮਨ ਸੀ, ਜਦ ਆਤਮਾ ਵਿੱਚ ਇਸਤਤ ਹੋਏ ਤਾਂ ਉਹ ਬਿਸਮਾਦ ਇਸਚਰਜ ਰੂਪ ਬ੍ਰਹਮ ਦਾ ਰੂਪ ਹੋ ਹੀ ਗਏ ਹਨ। ਜਿਨ ਬੂਝਿਆ ਤਿਸ ਆਇਆ ਸਬਾਦ। ਜਿਨ੍ਹਾਂ ਨੇ ਵਿਸ਼ਿਆਂ ਵੱਲੋਂ ਮਨ ਨੂੰ ਬਿਸਮ ਕਰ ਲਿਆ ਹੈ, ਰੋਕ ਲਿਆ ਹੈ, ਉਹ ਸ਼ਬਦ ਨਾਲ ਬਿਸਮਾਦ ਪ੍ਰਸੰਨ ਭਾਵ ਆਨੰਦਿਤ ਹੋ ਗਏ ਹਨ। ਜਿਨ੍ਹਾਂ ਨੇ ਬਿਸਮਨ ਅਸਚਰਜ ਰੂਪ ਦੇ ਰਸ ਨੂੰ ਅਨੁਭਵ ਕੀਤਾ ਹੈ, ਉਹ ਅਸਚਰਜ ਤੋਂ ਅਸਚਰਜ ਰੂਪ ਹੋ ਗਏ ਹਨ। ਜਿਨ੍ਹਾਂ ਨੇ ਗੁਰਾਂ ਦੁਆਰਾ ਨਾਮ ਨੂੰ ਬੁੱਝਿਆ ਹੈ, ਜਿਨ ਬੁੱਝਿਆ ਤਿਨ ਆਇਆ ਸਬਾਦ, ਕਿ ਜਿਨ੍ਹਾਂ ਨੇ ਗੁਰਾਂ ਦੁਆਰਾ ਨਾਮ ਨੂੰ ਬੁੱਝਿਆ ਹੈ, ਸਮਝਿਆ ਹੈ, ਉਹਨਾਂ ਨੂੰ ਆਤਮਿਕ ਆਨੰਦ ਦੇ ਸਵਾਦ ਦਾ ਰਸ ਆਇਆ ਹੈ। ਉਹ ਬ੍ਰਹਮਾਨੰਦ ਦੇ ਰਸ ਦਾ ਸਵਾਦ ਆਇਆ ਹੈ। ਜਿਵੇਂ ਇੱਕ ਉਦਾਹਰਨ ਹੈ ਕਿ ਇੱਕ ਕੀੜੀ ਨੂੰ ਮਿਸ਼ਰੀ ਦਾ ਵੱਡਾ ਢੇਰ ਮਿਲਿਆ। ਇੱਕ ਉਦਾਹਰਨ ਹੈ ਕਿ ਇੱਕ ਕੀੜੀ ਨੂੰ ਇੱਕ ਵੱਡਾ ਮਿਸ਼ਰੀ ਦਾ ਢੇਰ ਮਿਲਿਆ। ਉਹ ਨਾਲ ਦੀਆਂ ਕੀੜੀਆਂ ਨੂੰ ਕਹਿਣ ਲੱਗੀ, ਕਿੱਧਰ ਭਟਕਦੀਆਂ ਫਿਰਦੀਆਂ ਹੋ, ਚੱਲੋ ਤੁਹਾਨੂੰ ਮਿਸਰੀ ਦੇ ਢੇਰ ਕੋਲ ਲੈ ਕੇ ਚੱਲਾਂ। ਕੀੜੀਆਂ ਨਾਲ ਚਲੀਆਂ ਗਈਆਂ, ਮਿਸਰੀ ਨੂੰ ਖਾਣ ਲੱਗੀਆਂ, ਸਵਾਦ ਨਾ ਆਇਆ। ਕਹਿਣ ਲੱਗੀਆਂ ਇਹ ਮਿਸਰੀ ਨਹੀਂ, ਕੁਝ ਹੋਰ ਹੀ ਹੈ, ਸਵਾਦ ਨਹੀਂ ਆਇਆ ਮਿਸਰੀ ਵਾਲਾ। ਤਾਂ ਇੱਕ ਕੀੜੀ ਕਹਿਣ ਲੱਗੀ, ਮੂੰਹ ਦਿਖਾਉਣਾ ਕਰੋ ਕਿ ਤੁਹਾਡੇ ਮੂੰਹ ਵਿੱਚ ਮਿਸਰੀ ਹੈ ਜਾਂ ਨਾ, ਤੁਸੀਂ ਮੂੰਹ ਦਿਖਾਉਣਾ ਕਰੋ। ਜਦ ਦੇਖਿਆ ਮੂੰਹ ਵਿੱਚ ਲਿੱਦਾਂ ਦੇ ਡੱਕੇ ਫਸੇ ਹੋਏ ਸਨ। ਪਹਿਲਾਂ ਲਿੱਦ ਖਾਂਦੀਆਂ ਸਨ ਅਤੇ ਲਿੱਦ ਦੇ ਡੱਕੇ ਫਸੇ ਹੋਏ ਸਨ। ਕਹਿਣ ਲੱਗੀ ਕਿ ਭੈਣੋ, ਆਪਣੇ ਮੂੰਹਾਂ ਵਿੱਚੋਂ ਲਿੱਦਾਂ ਦੇ ਡੱਕੇ ਹਨ ਜਿਹੜੇ ਇਹ ਕੱਢਣਾ ਕਰੋ। ਪਾਣੀ ਨਾਲ ਮੂੰਹ ਧੋ ਕੇ ਫਿਰ ਮਿਸਰੀ ਨੂੰ ਖਾਓ, ਫਿਰ ਤੁਹਾਨੂੰ ਮਿਸਰੀ ਦਾ ਸਵਾਦ ਆਏਗਾ। ਜਦ ਮੂੰਹ ਸਾਫ਼ ਕਰਕੇ ਮਿਸਰੀ ਖਾਣ ਲੱਗੀਆਂ ਅਤੇ ਮਿਸਰੀ ਦੇ ਨੇੜੇ ਹੀ ਰਹਿਣ ਲੱਗੀਆਂ। ਇਸੇ ਪ੍ਰਕਾਰ ਅਸੀਂ ਜੀਵ ਹਾਂ, ਸਾਰੇ ਚਾਹੁੰਦੇ ਹਾਂ ਕਿ ਸਾਨੂੰ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋਵੇ, ਪਰ ਵਾਸਨਾ ਰੂਪੀ ਲਿੱਦ ਦੇ ਡੱਕੇ ਸਾਡੇ ਹਿਰਦੇ ਰੂਪੀ ਮੂੰਹ ਵਿੱਚ ਪਏ ਹੋਏ ਹਨ। ਜੇ ਬੈਰਾਗ ਰੂਪੀ ਪਾਣੀ ਨਾਲ ਮੂੰਹ ਧੋ ਲਈਏ, ਫਿਰ ਅੰਮ੍ਰਿਤ ਰੂਪ ਨਾਮ ਦਾ ਆਨੰਦ ਉਹਨਾਂ ਨੂੰ ਆਵੇਗਾ ਜਿਨ੍ਹਾਂ ਦੇ ਮਨ ਰੂਪੀ ਮੁਖ ਵਿੱਚੋਂ ਲਿੱਦ ਦੇ ਡੱਕਰੇ ਨਿਕਲਣਗੇ। ਕਿ ਇਸੇ ਕਰਕੇ ਨਾਮ ਰੂਪੀ ਰਸ ਹਿਰਦੇ ਦੇ ਵਿੱਚ ਆਉਂਦਾ ਨਹੀਂ, ਜਿਤਨਾ ਚਿਰ ਹਿਰਦੇ ਦੇ ਵਿੱਚ ਕੁਝ ਹੋਰ ਹੀ ਫਸਿਆ ਹੋਇਆ ਹੈ। ਪ੍ਰਭ ਕੈ ਰੰਗ ਰਾਚ ਜਨ ਰਹੇ,
ਜੋ ਗੁਰਮੁਖ ਜਨ ਹਰੀ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਚਦੇ ਹਨ, ਭਾਵ ਤਦਾਕਾਰ ਹੋ ਕੇ ਰਹਿੰਦੇ ਹਨ, ਇੱਕ ਮਿਕ ਹੋ ਕੇ ਰਹਿੰਦੇ ਹਨ। ਗੁਰ ਕੈ ਬਚਨ ਪਦਾਰਥ ਲਹੇ, ਉਹਨਾਂ ਜੋ ਗੁਰਮੁਖ ਜਨ ਤਾਂ ਹਰੀ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਚਦੇ, ਭਾਵ ਤਦਾਕਾਰ ਹੋ ਕੇ ਰਹਿੰਦੇ ਹਨ। ਉਹਨਾਂ ਗੁਰਾਂ ਦੇ ਬਚਨ, ਗੁਰਾਂ ਦੇ ਉਪਦੇਸ਼ ਨੂੰ ਮੰਨ ਕੇ ਮੁਕਤ ਰੂਪੀ, ਗਿਆਨ ਰੂਪੀ, ਸਰੂਪ ਰੂਪੀ ਪਦਾਰਥ ਨੂੰ ਪਾ ਲੈਂਦੇ ਹਨ। ਹੋਏ ਦਾਤੇ ਦੁੱਖ ਕਾਟਨਹਾਰ, ਜਿਨ੍ਹਾਂ ਨੂੰ ਗੁਰਾਂ ਨੇ ਆਪਣੇ ਪਿਆਰੇ ਪ੍ਰੇਮੀ ਬਣਾਇਆ ਹੈ, ਉਹ ਸੰਤ ਜਨ ਖੁਦ ਦਾਤੇ, ਦਾਤਾਂ ਦੇਣ ਵਾਲੇ, ਜੰਮਣ ਮਰਨ ਦੇ ਦੁੱਖ ਕੱਟਣ ਵਾਲੇ ਬਣ ਜਾਂਦੇ ਹਨ। ਹੋਏ ਦਾਤੇ ਦੁੱਖ ਕਾਟਨਹਾਰ, ਜਿਨ੍ਹਾਂ ਨੂੰ ਗੁਰਾਂ ਨੇ ਆਪਣੇ ਪਿਆਰੇ ਪ੍ਰੇਮੀ ਬਣਾਇਆ ਹੈ, ਆਪਣੇ ਨਾਲ ਇੱਕ ਮਿਕ ਕੀਤਾ ਹੈ, ਉਹ ਸੰਤ ਜਨ ਖੁਦ ਦਾਤਾਂ ਦੇਣ ਵਾਲੇ, ਜੰਮਣ ਮਰਨ ਦੇ ਦੁੱਖ ਕੱਟਣ ਵਾਲੇ ਬਣ ਜਾਂਦੇ ਹਨ। ਭਾਵ ਆਪ ਜਪੈ ਅਵਰੈ ਨਾਮ ਜਪਾਵੈ, ਜਦੋਂ ਆਪ ਜਪਦੇ ਹਨ, ਹੋਰਨਾਂ ਨੂੰ ਨਾਮ ਜਪਾਉਂਦੇ ਹਨ, ਤਾਂ ਸਭ ਦਾ ਜੰਮਣ ਮਰਨ ਨਾਮ ਜਪਣੇ ਕਰਕੇ ਕੱਟਿਆ ਜਾਂਦਾ ਹੈ। ਜਾਂ ਕੈ ਸੰਗ ਤਰੈ ਸੰਸਾਰ, ਜਿਨ੍ਹਾਂ ਦੇ ਸੰਗ, ਜਿਨ੍ਹਾਂ ਦੇ ਸਾਥ ਕਰਕੇ ਅਨੇਕਾਂ ਹੋਰ ਜੀਵ ਵੀ ਸੰਸਾਰ ਤੋਂ ਤਰ ਜਾਂਦੇ ਹਨ, ਜਗਤ ਤੋਂ ਤਰ ਜਾਂਦੇ ਹਨ। ਜਨ ਕਾ ਸੇਵਕ ਸੋ ਵਡ ਭਾਗੀ, ਜਨ ਕਾ ਸੇਵਕ ਸੋ ਵਡ ਭਾਗੀ, ਜਿਹੜਾ ਪਰਮੇਸ਼ਰ ਦਾ ਸੇਵਕ ਬਣਿਆ ਹੋਇਆ ਹੈ, ਦਾਸ ਬਣਿਆ ਹੋਇਆ ਹੈ, ਉਹ ਜਨ, ਉਹ ਪੁਰਖ ਵਡ ਭਾਗੀ, ਵੱਡੇ ਭਾਗਾਂ ਵਾਲਾ ਹੈ। ਕਿਉਂਕਿ ਜਨ ਕਾ ਸੰਗ ਏਕ ਲਿਵ ਲਾਗੀ, ਕਿਉਂਕਿ ਉਸ ਦੀ ਵਾਹਿਗੁਰੂ ਜਨਾਂ ਦੇ ਪਿਆਰਿਆਂ ਨਾਲ ਮਿਲ ਕੇ ਇੱਕ ਵਾਹਿਗੁਰੂ ਨਾਲ ਬਿਰਤੀ ਲੱਗ ਜਾਂਦੀ ਹੈ। ਇਸ ਕਰਕੇ ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਜੋ ਜਨ, ਜੋ ਪੁਰਖ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਤੇ ਸੰਤ ਜਨਾਂ ਨਾਲ ਮਿਲ ਕੇ ਕੀਰਤਨ ਜਸ ਗਾਉਂਦਾ ਹੈ। ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ ਕਿ ਉਹ ਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਫਲ ਪਾ ਲੈਂਦਾ ਹੈ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਜੋ ਜਨ, ਜੋ ਪੁਰਖ, ਜੋ ਸੇਵਕ ਜਨ ਪਰਮੇਸ਼ਰ ਦੇ ਗੁਣਾਂ ਨੂੰ ਸੰਤ ਜਨਾਂ ਨਾਲ ਮਿਲ ਕੇ ਕੀਰਤਨ ਗਾਉਂਦਾ ਹੈ, ਉਸ ਦੀ ਕੀਰਤੀ ਕਰਦਾ ਹੈ, ਸਿਫਤ ਸਲਾਹ ਕਰਦਾ ਹੈ, ਜਸ ਨੂੰ ਗਾਉਂਦਾ ਹੈ। ਗੁਰ ਪ੍ਰਸਾਦ ਨਾਨਕ ਫਲ ਪਾਵੈ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਗੁਰਾਂ ਦੀ ਕਿਰਪਾ ਨਾਲ ਵਾਹਿਗੁਰੂ ਦੀ ਪ੍ਰਾਪਤੀ ਰੂਪੀ ਫਲ ਪਾ ਲੈਂਦਾ ਹੈ। ਸਲੋਕ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੇ ਸੱਚ। ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਸਲੋਕ ਦੇ ਅੰਦਰ ਉਥਾਨਕਾ ਹੈ ਸਮਝਾਉਣ ਵਾਸਤੇ ਕਿ ਸੰਪਰਤਾਵਾਂ ਦੇ ਅਨੁਸਾਰ ਉਥਾਨਕਾ ਇਹ ਹੈ ਕਿ ਜਿਸ ਵਕਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਮਸਰ ਸਰੋਵਰ ਦੇ ਕੰਢੇ ਮੰਜੀ ਸਾਹਿਬ ਬੈਠ ਕੇ 16 ਅਸ਼ਟਪਦੀਆਂ ਉਚਾਰਨ ਕਰ ਚੁੱਕੇ ਸਨ। 17ਵੀਂ ਅਸ਼ਟਪਦੀ ਗੁਰੂ ਸਾਹਿਬ ਜੀ ਨੇ ਉਚਾਰਨੀ ਸੀਗੀ, 16 ਅਸ਼ਟਪਦੀਆਂ ਦੀ ਸੰਪੂਰਨਤਾਈ ਹੋ ਗਈ ਸੀ। ਇਤਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂਆਂ ਦੀ ਧਰਤੀ 'ਤੇ ਮੱਥਾ ਟੇਕਣ ਲਈ ਆਏ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆ ਕੇ ਮਿਲੇ ਅਤੇ ਗੁਰੂ ਸਾਹਿਬ ਜੀ ਨੇ ਗੁਰੂ ਸੁਪੁੱਤਰ ਹੋਣ ਕਰਕੇ ਬੜਾ ਸਤਿਕਾਰ ਕੀਤਾ। ਬਾਬਾ ਸ੍ਰੀ ਚੰਦ ਜੀ ਦਾ ਸਤਿਕਾਰ ਕੀਤਾ ਤਾਂ ਬਾਬਾ ਸ੍ਰੀ ਚੰਦ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਕੀ ਕਾਰਜ ਕਰ ਰਹੇ ਹੋ ਮਹਾਰਾਜ।
ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਸੰਸਾਰ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਨਾਮੇ ਬਾਣੀ ਦੀ ਰਚਨਾ ਕਰ ਰਹੇ ਹਾਂ। 16 ਅਸ਼ਟਪਦੀਆਂ ਸੰਪੂਰਨ ਹੋ ਚੁੱਕੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਬਾਕੀ 8 ਅਸ਼ਟਪਦੀਆਂ ਤੁਸੀਂ ਉਚਾਰਨ ਕਰੋ ਕਿ 24 ਅਸ਼ਟਪਦੀਆਂ ਰੂਪ ਬਾਣੀ ਉਚਾਰਨੀ ਹੈ। ਬਾਬਾ ਸ੍ਰੀ ਚੰਦ ਜੀ ਨੇ ਬੜੀ ਨਿਮਰਤਾ ਸਹਿਤ ਕਿਹਾ ਕਿ ਮੈਂ ਇਸ ਦਾ ਅਧਿਕਾਰੀ ਨਹੀਂ, ਇਹ ਕੰਮ ਆਪ ਜੀ ਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫੇਰ ਬੇਨਤੀ ਕੀਤੀ ਕਿ ਸਾਡੀ ਖੁਸ਼ੀ ਹੋਵੇਗੀ ਜੇਕਰ ਆਪ ਕੁਝ ਬਾਣੀ ਉਚਾਰਨਾ ਕਰੋ। ਤਾਂ ਬਾਬਾ ਸ੍ਰੀ ਚੰਦ ਜੀ ਨੇ ਨਿਮਰਤਾ ਸਹਿਤ ਕਿਹਾ ਕਿ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰੇ ਮੂਲ ਮੰਤਰ ਵਿੱਚੋਂ ਕੁਝ ਤੁਕਾਂ ਆਪ ਜੀ ਦੇ ਅੱਗੇ ਭੇਟ ਕਰਦਾ ਹਾਂ। 2 ਸਿਹਾਰੀਆਂ ਦਾ ਭੇਦ ਰੱਖ ਕੇ ਇਹ ਪਾਦ ਸੁਣਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ। ਕਹਿਣ ਲੱਗੇ, ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ। ਕਿ ਸੰਪਰਦਾ ਵਿੱਚ ਇਸ ਸ਼ਲੋਕ ਦੀ ਉਥਾਨਕਾ ਹੈ ਕਿ ਵਾਸਤਵ ਵਿੱਚ ਪਹਿਲੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਿਆ ਹੈ। ਇਹ ਸ਼ਬਦ 5ਵੇਂ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਉਚਾਰਨ ਕੀਤਾ ਹੈ। ਬਾਬਾ ਸ੍ਰੀ ਚੰਦ ਜੀ ਤੋਂ ਸੁਣ ਕੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਉਚਾਰ ਕੇ ਇਹ ਸ਼ਲੋਕ ਭਾਈ ਗੁਰਦਾਸ ਜੀ ਪਾਸੋਂ ਲਿਖਾਉਣਾ ਕੀਤਾ ਹੈ। ਕਹਿਣ ਲੱਗੇ, ਆਦ ਸੱਚ ਜੁਗਾਦ ਸੱਚ ਹੈ, ਭੇ ਸੱਚ ਨਾਨਕ ਹੋਸੀ ਭੇ ਸੱਚ। ਮਹਾਰਾਜ ਜੀ ਕਹਿਣ ਲੱਗੇ, ਸ੍ਰਿਸ਼ਟੀ ਦੇ ਆਦ ਮੁੱਢ ਭਾਵ ਪਹਿਲੇ ਉਹ ਪਰਮੇਸ਼ਰ ਸੱਚ ਸਰੂਪ ਸੀ, ਜੋ ਤਿੰਨਾਂ ਕਾਲਾਂ ਵਿੱਚ ਨਾਸ ਨਾ ਹੋਵੇ, ਉਹ ਸਤ ਸਰੂਪ ਹੁੰਦਾ ਹੈ। ਜੁਗਾਦ ਸੱਚ, ਜੁਗਾਦ ਸਤਜੁਗ ਤ੍ਰੇਤਾ ਦੁਆਪਰ ਆਦਿਕ ਦੇ ਅਵੇਚਨ ਵਿੱਚ ਵੀ ਇਹ ਸੱਚ ਸਰੂਪ ਹੈ। ਭੇ ਸੱਚ ਨਾਨਕ ਹੋਸੀ ਭੇ ਸੱਚ। ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੇਸ਼ਟ ਉਪਦੇਸ਼ ਬਖਸ਼ਿਸ਼ ਕਰਦੇ ਹਨ। ਵਰਤਮਾਨ ਸਮੇਂ ਵਿੱਚ ਭੇ ਵੀ ਉਹ ਸੱਚ ਸਰੂਪ ਹੈ ਅਤੇ ਭਵਿੱਖਤ ਕਾਲ ਦੇ ਸਮੇਂ ਵਿੱਚ ਵੀ ਉਹ ਸੱਚਾ ਪਰਮੇਸ਼ਰ ਆਪ ਹੀ ਹੋਵੇਗਾ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਰਦਾ ਹੋਣੀ ਚਾਹੀਦੀ ਹੈ। ਸਰਦਾ ਦੇ ਨਾਲ ਫਿਰ ਸੱਚ ਸ਼ਰਾਵਣ ਕਰਕੇ ਮੰਨਣਾ ਹੋਣਾ ਚਾਹੀਦਾ ਹੈ। ਫਿਰ ਸੱਚੀ ਕਮਾਈ ਕਰਕੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹ ਜੀਵ ਦਾ ਸਰੂਪ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ। ਸਰੀਰ ਦੇ ਅੰਤ ਹੋਣ ਤੋਂ ਬਾਅਦ ਉਹ ਜੂਨਾਂ ਵਿੱਚ ਨਹੀਂ ਪੈਂਦੇ। ਇਸੇ ਪ੍ਰਕਾਰ ਵਾਹਿਗੁਰੂ ਆਪ ਆਦ ਭਾਵ ਜਗਤ ਵਿੱਚ ਸਤ ਸਰੂਪ ਹੈ, ਜੁਗਾਦ ਵਿੱਚ ਵੀ ਸਤ ਸਰੂਪ ਹੈ, ਵਰਤਮਾਨ ਸਮੇਂ ਵਿੱਚ ਵੀ ਜੋ ਸਮਾਂ ਵਰਤ ਰਿਹਾ ਹੈ ਉਸ ਵਿੱਚ ਵੀ ਸਤ ਸਰੂਪ ਹੈ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਇੱਥੇ ਗੁਰੂ ਜੀ ਸਤ ਨੂੰ ਸਤਾ ਮਤ ਹੀ ਕਥਨ ਕਰਦੇ ਹਨ ਕਿ ਉਹ ਪਰਮੇਸ਼ਰ ਸੱਚ ਸਰੂਪ ਹੈ, ਜੋ ਤਿੰਨਾਂ ਕਾਲਾਂ ਵਿੱਚ ਨਾਸ ਨਹੀਂ ਹੁੰਦਾ। ਤ੍ਰੈ ਕਾਲ ਆਬਾਦ ਰੂਪ ਹੈ, ਸਾਰਿਆਂ ਦਾ ਆਦਿ ਸਠਾਨ ਰੂਪ ਸਤ ਸਰੂਪ ਹੈ। ਭਾਵ ਇਉਂ ਉਸ ਪਰਮੇਸ਼ਰ ਦਾ ਕੋਈ ਆਕਾਰ ਨਹੀਂ, ਜਿਵੇਂ ਜੀਵਾਂ ਦਾ ਆਕਾਰ ਹੁੰਦਾ ਹੈ ਇਸ ਤਰ੍ਹਾਂ ਉਸ ਪਰਮੇਸ਼ਰ ਦਾ ਕੋਈ ਆਕਾਰ ਨਹੀਂ। ਇਸ ਕਰਕੇ ਉਹ ਸਤ ਸਰੂਪ ਦੇ ਚਰਨ ਵੀ ਸਤ ਹਨ। ਜਿਹੜਾ ਸਿੱਖ ਉਹਨਾਂ ਦੇ ਚਰਨਾਂ ਨੂੰ ਪਰਸਨਹਾਰ ਛੋਹਣ ਵਾਲਾ ਹੈ ਉਹ ਵੀ ਪਲਟ ਕੇ ਸਤ ਸਰੂਪ ਹੀ ਹੋ ਜਾਂਦਾ ਹੈ। ਉਹ ਹਰੀ ਵਾਹਿਗੁਰੂ ਦੇ ਚਰਨ ਸਤ ਸਰੂਪ ਹਨ ਤੇ ਉਹਨਾਂ ਚਰਨਾਂ ਨੂੰ ਪਰਸਨਹਾਰ ਛੂਹਣ ਵਾਲੇ ਵੀ ਸਤ ਸਰੂਪ ਹੀ ਹੋ ਜਾਂਦੇ ਹਨ। ਜਿਹੜਾ ਪੂਜਾ ਸਤ ਸਤ ਸੇਵਦਾਰ, ਜਿਹੜਾ ਉਸ ਵਾਹਿਗੁਰੂ ਸੱਚ ਸਰੂਪ ਦਾ ਪੂਜਨ ਕਰਦਾ ਹੈ ਉਹ ਸੇਵਾ ਕਰਨ ਵਾਲਾ ਵੀ ਸੱਚ ਸਰੂਪ ਹੀ ਹੋ ਜਾਂਦਾ ਹੈ। ਜਿਹੜਾ ਉਸ
ਵਾਹਿਗੁਰੂ ਦਾ ਸੱਚ ਸਰੂਪ ਦਾ ਪੂਜਨ ਕਰਦਾ ਹੈ, ਭਾਵ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਉਹ ਸੇਵਾ ਕਰਨ ਵਾਲਾ ਵੀ ਸੱਚ ਸਰੂਪ ਹੀ ਹੋ ਜਾਂਦਾ ਹੈ। ਦਰਸ਼ਨ ਸਤ ਸਤ ਪੇਖਨਹਾਰ, ਜਿਨ੍ਹਾਂ ਨੂੰ ਹਰੀ ਵਾਹਿਗੁਰੂ ਸੱਚ ਸਰੂਪ ਦੇ ਦਰਸ਼ਨ ਦੀਦਾਰੇ ਦਾ ਜਲਵਾ ਪ੍ਰਾਪਤ ਹੁੰਦਾ ਹੈ। ਸਤ ਪੇਖਣਹਾਰ, ਉਹ ਪੇਖਣਹਾਰ ਦੇਖਣ ਵਾਲੇ ਵੀ ਉਲਟ ਕੇ ਸਤ ਸਰੂਪ ਹੀ ਹੋ ਜਾਂਦੇ ਹਨ। ਨਾਮ ਸਤ ਸਤ ਧਿਆਵਣਹਾਰ, ਉਹ ਹਰੀ ਅਕਾਲ ਪੁਰਖ ਦਾ ਨਾਮ ਵੀ ਸੱਚਾ ਹੈ ਤੇ ਉਸ ਨਾਮ ਨੂੰ ਧਿਆਵਣਹਾਰ ਧਿਆਉਣ ਵਾਲੇ ਵੀ ਸੱਚ ਸਰੂਪ ਹਨ। ਆਪ ਸਤ ਸਤ ਸਭ ਧਾਰੀ, ਆਪ ਹਰੀ ਵਾਹਿਗੁਰੂ ਸੱਚ ਸਰੂਪ ਹੈ ਅਤੇ ਉਸ ਦੀ ਰਚੀ ਸਾਰੀ ਸ੍ਰਿਸ਼ਟੀ ਸਤ ਸਰੂਪ ਹੀ ਹੈ। ਉਸ ਦੀ ਮਰਜ਼ਾਦਾ ਧਾਰੀ ਹੋਈ ਵੀ ਸੱਚੀ ਹੈ। ਆਪ ਹੀ ਗਿਆਨ ਰੂਪੀ ਗੁਣ ਦੇਣ ਵਾਲਾ ਹੈ ਤੇ ਆਪ ਹੀ ਸਭ ਗੁਣਕਾਰੀ, ਗੁਣਾਂ ਦੇ ਦੇਣ ਵਾਲਾ ਉਪਕਾਰੀ ਹੈ। ਆਪੇ ਗੁਣ ਆਪੇ ਗੁਣਕਾਰੀ, ਕਿ ਗੁਣਾਂ ਦੀ ਕਾਰੀ, ਗੁਣਾਂ ਦੀ ਔਸਧੀ ਦੇਣ ਵਾਲਾ ਉਹ ਪਰਮੇਸ਼ਰ ਆਪ ਹੈ। ਸ਼ਬਦ ਸਤ ਸਤ ਪ੍ਰਭ ਵਕਤਾ, ਸ਼ਬਦ ਵੀ ਸਤ ਸੱਚਾ ਹੈ, ਕਿਉਂਕਿ ਸ਼ਬਦ ਨੂੰ ਉਚਾਰਨ ਕਰਨ ਵਾਲਾ ਪ੍ਰਭੂ ਪਰਮੇਸ਼ਰ ਸੱਚਾ ਹੈ। ਇਸੇ ਕਰਕੇ ਪਰਮੇਸ਼ਰ ਦਾ ਸ਼ਬਦ ਵੀ ਸੱਚਾ ਹੈ। ਸੁਰਤ ਸਤ ਸਤ ਜਸ ਸੁਣਤਾ, ਉਸ ਪਰਮੇਸ਼ਰ ਦਾ ਸ਼ਬਦ ਉਪਦੇਸ਼ ਵੀ ਸੱਚ ਸਰੂਪ ਹੈ ਅਤੇ ਪਰਮੇਸ਼ਰ ਦੇ ਨਾਮ ਨੂੰ ਬਕਤਾ ਉਚਾਰਨ ਕਰਨ ਵਾਲਾ ਵੀ ਸਤ ਸਰੂਪ ਹੈ। ਜਿਹੜੀ ਸੁਰਤ, ਜਿਹੜੀ ਬਿਰਤੀ ਪਰਮੇਸ਼ਰ ਦੇ ਨਾਮ ਵਿੱਚ ਜੁੜੀ ਹੈ ਉਹ ਵੀ ਸਤ ਸਰੂਪ ਹੋ ਜਾਂਦੀ ਹੈ ਅਤੇ ਸਤ ਜਸ ਸੁਣਤਾ ਅਤੇ ਜਸ ਵਡਿਆਈ ਸੁਣਤਾ ਸੁਣਨ ਵਾਲਾ ਵੀ ਸਤ ਸਰੂਪ ਹੀ ਹੋ ਜਾਂਦਾ ਹੈ। ਹਰੀ ਵਾਹਿਗੁਰੂ ਦਾ ਜਸ ਵੀ ਸਤ ਹੈ ਤੇ ਜੋ ਜੀਵ ਬਿਰਤੀ ਲਗਾ ਕੇ ਵਡਿਆਈ ਨੂੰ ਸੁਣਦਾ ਹੈ ਉਹ ਵੀ ਸਤ ਸਰੂਪ ਹੈ। ਜਿਵੇਂ ਪਾਰਸ ਦੇ ਨਾਲ ਲੋਹਾ, ਜਿਸਤ, ਕਲੀ, ਤਾਂਬਾ ਆਦਿਕ ਧਾਤਾਂ ਛੂਹਣੇ ਕਰਕੇ ਸੋਨਾ ਹੀ ਬਣ ਜਾਂਦੀਆਂ ਹਨ, ਇਸੇ ਪ੍ਰਕਾਰ ਸੁੱਧ ਸਰੂਪ ਦੇ ਨਾਲ ਜੁੜਨੇ ਕਰਕੇ ਜੀਵ ਵੀ ਸਤ ਸਰੂਪ ਹੀ ਹੋ ਜਾਂਦਾ ਹੈ। ਕੰਨ ਵੀ ਜਸ ਸੁਣਨ ਨਾਲ ਉਲਟ ਕੇ ਸਤ ਸਰੂਪ ਹੋ ਜਾਂਦੇ ਹਨ, ਜੀਵਨ ਬਦਲ ਜਾਂਦਾ ਹੈ। ਬੂਝਨਹਾਰ ਕੋ ਸਤ ਸਭ ਹੋਏ, ਗੁਰੂ ਸਾਹਿਬ ਦੁਆਰਾ ਬੂਝਣਹਾਰ ਸਮਝਣ ਵਾਲੇ ਨੂੰ ਸਾਰਿਆਂ ਵਿੱਚ ਸਤ ਸਰੂਪ ਹੀ ਪ੍ਰਤੀਤ ਹੁੰਦਾ ਹੈ, ਉਹ ਪਰਮੇਸ਼ਰ ਹੀ ਪ੍ਰਤੀਤ ਹੁੰਦਾ ਹੈ। ਨਾਨਕ ਸਤ ਸਤ ਪ੍ਰਭ ਸੋਏ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਵਾਹਿਗੁਰੂ ਸਤ ਤੋਂ ਸਭ ਸਰੂਪ ਹੈ। ਉਹ ਵਾਹਿਗੁਰੂ ਨਿਸ਼ਚੇ ਕਰਕੇ ਸੱਚ ਸਰੂਪ ਹੈ। ਪਰਮੇਸ਼ਰ ਆਪ ਹੀ ਸਤ ਸਰੂਪ ਹੈ ਤੇ ਉਸ ਦੇ ਨਾਮ ਦੀ ਸੋਭਾ ਵੀ ਸਤ ਹੀ ਹੈ। ਸਤ ਸਰੂਪ ਹਿਰਦੈ ਜਿਨ ਮਾਨਿਆ, ਜਿਸ ਜਗਿਆਸੂ ਨੇ ਆਪਣੇ ਹਿਰਦੇ ਵਿੱਚ ਮਾਨਿਆ, ਅਨੁਭਵ ਕਰ ਲਿਆ ਹੈ, ਮੰਨ ਲਿਆ ਹੈ ਕਿ ਉਹ ਹਰੀ ਵਾਹਿਗੁਰੂ ਸਤ ਚਿੱਤ ਆਨੰਦ ਸਰੂਪ ਹੈ। ਕਰਨ ਕਰਾਵਣ ਤਿੰਨ ਮੂਲ ਪਛਾਨਿਆ, ਤਿੰਨ ਉਸਨੇ ਸਾਰੇ ਕਾਰਜਾਂ ਨੂੰ ਕਰਾਉਣ ਵਾਲੇ ਪ੍ਰੇਰਕ ਜੋ ਤੱਤਾਂ ਦੁਆਰਾ, ਗੁਣਾਂ ਦੁਆਰਾ ਪ੍ਰਕਿਰਤੀ ਦਾ ਮੂਲ ਮੁੱਢ ਕਾਰਨ ਰੂਪ ਪਰਮੇਸ਼ਰ ਹੈ, ਉਸ ਨੂੰ ਜਾਣ ਲਿਆ ਹੈ। ਜਾਂ ਕੈ ਹਿਰਦੈ ਵਿਸਵਾਸ ਪ੍ਰਭ ਆਇਆ, ਜਾਂ ਕੈ ਜਿਸ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਪ੍ਰਭੂ ਹਰੀ ਵਾਹਿਗੁਰੂ ਦਾ ਭਰੋਸਾ ਆਇਆ ਹੈ। ਹਿਰਦੇ ਵਿੱਚ ਭਰੋਸਾ ਬਣ ਗਿਆ ਹੈ ਕਿ ਏਕੋ ਹੈ ਭਾਈ, ਏਕੋ ਹੈ ਸਤਿਗੁਰ ਮੇਰਾ, ਏਕੋ ਹੈ। ਜਿਸ ਦੇ ਹਿਰਦੇ ਦੇ ਵਿੱਚ ਭਰੋਸਾ ਆਇਆ ਹੈ, ਉਸ ਦੇ ਮਨ, ਉਸ ਦੇ ਅੰਤਸਕਰਨ ਵਿੱਚ
ਤਤ ਸਿਧਾਂਤ ਰੂਪ ਪਰਮੇਸ਼ਰ ਦਾ ਗਿਆਨ ਪ੍ਰਕਾਸ਼ ਹੋ ਆਇਆ ਹੈ। ਜਿਸ ਨੇ ਇੱਕ ਨੂੰ ਮੰਨ ਲਿਆ ਹੈ ਉਸ ਨੂੰ ਉਸ ਦੇ ਹਿਰਦੇ ਵਿੱਚ ਤਤ ਸਿਧਾਂਤ ਰੂਪ ਪਰਮੇਸ਼ਰ ਦਾ ਗਿਆਨ ਪ੍ਰਗਟ ਹੋ ਆਇਆ ਹੈ। ਭੈ ਤੇ ਨਿਰਭਉ ਹੋਏ ਬਸਾਨਾ। ਜਿਸ ਨੂੰ ਵਾਹਿਗੁਰੂ ਦੇ ਸਰੂਪ ਦਾ ਗਿਆਨ ਹੋ ਗਿਆ ਹੈ, ਉਹ ਭੈ ਰੂਪ ਜਗਤ ਤੋਂ ਨਿਰਭਉ ਨਿਡਰ ਹੋ ਕੇ ਹਰੀ ਵਾਹਿਗੁਰੂ ਵਿੱਚ ਵਸਣ ਵਾਲਾ ਹੋ ਗਿਆ ਹੈ। ਜਿਸ ਤੇ ਉਪਜਾ ਤਿਸ ਮਾਹੇ ਸਮਾਨਾ। ਉਹ ਭੈ ਤੋਂ ਨਿਰਭੈ ਹੋ ਕੇ ਸਰੂਪ ਰੂਪੀ ਘਰ ਵਿੱਚ ਵਸਣ ਵਾਲਾ ਹੋ ਗਿਆ ਹੈ। ਜਿਸ ਵਾਹਿਗੁਰੂ ਤੋਂ ਜੀਵ ਕਲਾ ਪੈਦਾ ਹੋਈ ਹੈ, ਕਿ ਜਿਸ ਵਾਹਿਗੁਰੂ ਤੋਂ ਜੀਵ ਕਲਾ ਉਪਜਿਆ ਹੈ, ਪੈਦਾ ਹੋਇਆ ਹੈ, ਇਹ ਉਸੇ ਸਤ ਸਰੂਪ ਵਿੱਚ ਸਮਾ ਗਈ ਹੈ। ਬਸਤ ਮਹੇਲੇ ਬਸਤ ਗੜਾਈ। ਜਿਵੇਂ ਕਿਸੇ ਚੀਜ਼ ਵਿੱਚ ਚੀਜ਼ ਗੜਾਈ ਮਿਲਾ ਲਈ ਜਾਵੇ, ਕਿ ਜਿਵੇਂ ਕਿਸੇ ਵਸਤੂ ਵਿੱਚ ਚੀਜ਼ ਮਿਲਾ ਲਈ ਜਾਵੇ, ਤਾਂ ਫਿਰ ਉਸ ਨੂੰ ਵੱਖਰਾ ਨਹੀਂ ਕਰਿਆ ਜਾ ਸਕਦਾ। ਜਿਵੇਂ ਸੋਨੇ ਦੀ ਵਸਤੂ ਨੂੰ ਲੈ ਕੇ ਕੁਠਾਲੀ ਵਿੱਚ ਪਾ ਕੇ ਸੋਨੇ ਦੀ ਡਲੀ ਵਿੱਚ ਮੇਲ ਦੇਈਏ, ਤਾਂ ਉਸ ਨੂੰ ਵੱਖਰਾ ਨਹੀਂ ਕਿਹਾ ਜਾ ਸਕਦਾ, ਉਹ ਡਲੀ ਦਾ ਹੀ ਰੂਪ ਹੋ ਜਾਂਦਾ ਹੈ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਬਖਾਨੀ। ਕਿ ਜੋ ਸੋਨੇ ਦੀ ਡਲੀ ਦੇ ਵਿੱਚ ਕੋਈ ਵਸਤੂ ਚੀਜ਼ ਧਾਤ ਮਿਲਾਈ ਜਾਏ ਤਾਂ ਉਹ ਸੋਨੇ ਦਾ ਰੂਪ ਹੀ ਹੋ ਜਾਂਦਾ ਹੈ। ਜਿਵੇਂ ਤਰੰਗ ਜਲ ਦੀ ਲਹਿਰ ਹੈ, ਕਿ ਜਿਵੇਂ ਪਾਣੀ ਦੀਆਂ ਲਹਿਰਾਂ ਹਨ, ਉਹ ਹਵਾ ਤੋਂ ਰਹਿਤ ਹੋ ਕੇ ਜਲ ਵਿੱਚ ਹੀ ਮਿਲ ਜਾਂਦੀਆਂ ਹਨ। ਹਵਾ ਦੇ ਆਉਣ ਨਾਲ ਲਹਿਰਾਂ ਉੱਠਦੀਆਂ ਹਨ ਤੇ ਪਾਣੀ ਤੋਂ ਉੱਪਰ ਲਹਿਰਾਂ ਬਣ ਜਾਂਦੀਆਂ ਹਨ। ਤੇ ਜਿਵੇਂ ਜਲ ਦਾ ਭਰਿਆ ਭਾਂਡਾ ਜਲ ਵਿੱਚ ਪਾਉਣ ਤੇ ਪਾਣੀ ਵਿੱਚ ਮਿਲ ਜਾਂਦਾ ਹੈ। ਜਲ ਦਾ ਭਰਿਆ ਹੋਇਆ ਭਾਂਡਾ ਕਿ ਜਲ ਦੇ ਵਿੱਚ ਪਾਣੀ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਤਾਂ ਪਾਣੀ ਵਿੱਚ ਮਿਲ ਜਾਂਦਾ ਹੈ। ਇਸ ਪ੍ਰਕਾਰ ਚੇਤਨ ਸਤਾ ਰੂਪ ਵਸਤੂ ਸਾਡੇ ਅੰਦਰ ਪਰਮੇਸ਼ਰ ਦੀ ਪਰਤਕ ਜੋਤ ਹੈ। ਇੱਕੋ ਜੋਤ ਜੋ ਸਾਰਿਆਂ ਦੇ ਅੰਦਰ ਭਿੰਨ ਭਿੰਨ ਰੂਪ ਹੋ ਕੇ ਪ੍ਰਕਾਸ਼ਦੀ ਹੈ, ਉਸ ਨੂੰ ਪਰਤਕ ਜੋਤ ਕਹਿੰਦੇ ਹਨ। ਜੋ ਅਦਵੈਤ ਰੂਪ ਪਰਮੇਸ਼ਰ ਸਾਰਿਆਂ ਦੇ ਵਿੱਚ ਇੱਕੋ ਜਿਹਾ ਵਰਤ ਰਿਹਾ ਹੈ, ਇੱਕੋ ਜਿਹਾ ਹੀ ਵਸ ਰਿਹਾ ਹੈ। ਬੂਝੈ ਬੂਝਨਹਾਰ ਵਿਵੇਕ। ਬੂਝੈ ਬੂਝਨਹਾਰ ਵਿਵੇਕ। ਜਿਹੜਾ ਜੀਵ ਬੂਝਣਹਾਰ ਸਮਝਣ ਵਾਲਾ ਹੋ ਕੇ ਮਾਇਆ ਤੋਂ ਆਤਮ ਤੱਤ ਵਸਤ ਦਾ ਵਿਵੇਕ ਨਿਰਣਾ ਕਰਕੇ ਸਮਝ ਲਏ। ਨਾਰਾਇਣ ਮਿਲੈ ਨਾਨਕ ਏਕ। ਕਿ ਜਿਹੜਾ ਜੀਵ ਬੂਝਣ ਵਾਲਾ ਹੈ ਉਹ ਗੁਣਾਂ ਦੁਆਰਾ ਸਮਝ ਲੈਂਦਾ ਹੈ। ਉਸ ਨੂੰ ਵਿਵੇਕ ਭਾਵ ਜੀਵ ਈਸ਼ਰ ਦੀ ਏਕਤਾ ਕਰਕੇ ਸਤ ਚਿੱਤ ਆਨੰਦ ਰੂਪੀ ਵਸਤੂ ਪ੍ਰਾਪਤ ਹੋ ਜਾਂਦੀ ਹੈ। ਨਾਰਾਇਣ ਮਿਲੈ ਨਾਨਕ ਏਕ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਨਾਰਾਇਣ ਹਰੀ ਵਾਹਿਗੁਰੂ ਨਾਲ ਮਿਲ ਕੇ ਇੱਕੋ ਰੂਪ ਹੋ ਜਾਂਦਾ ਹੈ। ਠਾਕੁਰ ਕਾ ਸੇਵਕ ਆਗਿਆਕਾਰੀ। ਐਸਾ ਠਾਕੁਰ ਐਸਾ ਹਰੀ ਵਾਹਿਗੁਰੂ ਸੁਆਮੀ ਦਾ ਸੇਵਕ ਦਾਸ ਆਗਿਆਕਾਰੀ ਹੁਕਮ ਮੰਨਣ ਵਾਲਾ ਹੁੰਦਾ ਹੈ। ਭਾਵ ਪਰਮੇਸ਼ਰ ਦੀ ਰਜ਼ਾ ਵਿੱਚ ਹੀ ਰਹਿੰਦਾ ਹੈ। ਉਹ ਹੀ ਠਾਕੁਰ ਅਕਾਲ ਪੁਰਖ ਦਾ ਹੀ ਸੇਵਕ ਦਾਸ ਹੈ, ਜੋ ਹਮੇਸ਼ਾ ਸੱਚੇ ਮਨ ਨਾਲ ਵਾਹਿਗੁਰੂ ਦਾ ਪੁਜਾਰੀ ਪੂਜਾ ਕਰਨ ਵਾਲਾ ਹੈ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਕਿ ਉਹ ਹੀ ਠਾਕੁਰ ਅਕਾਲ ਪੁਰਖ ਦਾ ਸੇਵਕ ਦਾਸ ਹੈ, ਜੋ ਹਮੇਸ਼ਾ ਸੱਚੇ ਮਨ ਨਾਲ ਵਾਹਿਗੁਰੂ ਦਾ ਪੁਜਾਰੀ ਪੂਜਨ ਕਰਦਾ ਹੈ।
ਸੇਵਨ ਕਰਦਾ ਹੈ, ਸਿਮਰਨ ਕਰਦਾ ਹੈ, ਹਰ ਵਕਤ ਮਨ ਅੰਦਰ ਜੋਤੀ ਸਰੂਪ ਠਾਕੁਰ ਦੀ ਪੂਜਾ ਕਰੇ, ਜਿਹੜਾ ਉਸ ਠਾਕੁਰ ਉਸ ਹਰੀ ਵਾਹਿਗੁਰੂ ਦਾ ਪਾਪੀਆਂ ਵਾਸਤੇ ਨਰਕ ਹੈ, ਉਸ ਨਰਕ ਨੂੰ ਨਾਮ ਅਭਿਆਸ ਰੂਪੀ ਅਗਨੀ ਨਾਲ ਜਾਲ ਦੇਵੇ ਤੇ ਆਪਣੀ ਪੂਜਾ ਦੀ ਇੱਛਾ ਛੱਡ ਕੇ ਪਰਮੇਸ਼ਰ ਦਾ ਪੂਜਨ ਕਰਦਾ ਹੈ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਕਿ ਠਾਕੁਰ ਅਕਾਲ ਪੁਰਖ ਦੇ ਸੇਵਕ ਦਾਸ ਬਣਨ ਕਰਕੇ ਉਸ ਦੇ ਮਨ, ਉਸ ਦੇ ਅੰਤਸਕਰਨ ਵਿੱਚ, ਉਸ ਦੇ ਹਿਰਦੇ ਵਿੱਚ ਪੂਰਾ ਭਰੋਸਾ ਹੈ, ਭਾਵ ਪਰਮੇਸ਼ਰ ਦੀ ਸੱਚੀ ਪ੍ਰੀਤੀ ਹੈ। ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਕਿ ਠਾਕੁਰ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਦਾਸ ਦੀ ਨਿਰਮਲ ਉਜਲ ਰੀਤੀ ਹੁੰਦੀ ਹੈ, ਮਰਜ਼ਾਦਾ ਹੁੰਦੀ ਹੈ। ਠਾਕੁਰ ਕੋ ਸੇਵਕ ਜਾਣੈ ਸੰਗ, ਕਿ ਜਿਹੜਾ ਸੇਵਕ ਦਾਸ ਠਾਕੁਰ ਹਰੀ ਵਾਹਿਗੁਰੂ ਨੂੰ ਆਪਣੇ ਸਦਾ ਅੰਗ ਸੰਗ ਸਮਝਦਾ ਹੈ। ਠਾਕੁਰ ਕੋ ਸੇਵਕ ਜਾਣੈ ਸੰਗ, ਜਿਹੜਾ ਸੇਵਕ, ਜਿਹੜਾ ਦਾਸ ਹਰੀ ਵਾਹਿਗੁਰੂ ਨੂੰ ਆਪਣੇ ਸਦਾ ਅੰਗ ਸੰਗ ਜਾਣਦਾ ਹੈ। ਪ੍ਰਭ ਕਾ ਸੇਵਕ ਨਾਮ ਕੈ ਰੰਗ, ਉਹ ਹਰੀ ਵਾਹਿਗੁਰੂ ਦਾ ਸੇਵਕ ਦਾਸ ਸਦਾ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਆਨੰਦ ਵਿੱਚ ਰੰਗਿਆ ਰਹਿੰਦਾ ਹੈ। ਸੇਵਕ ਕੋ ਪ੍ਰਭ ਪਾਲਣ ਹਾਰਾ, ਜੋ ਅਜਿਹੇ ਸੇਵਕ ਦਾਸ ਹਨ, ਉਹਨਾਂ ਸੇਵਕਾਂ ਨੂੰ ਪ੍ਰਭੂ ਪਰਮੇਸ਼ਰ ਆਪ ਆਪਣੀ ਕਿਰਪਾ ਕਰਕੇ ਪਾਲਣਹਾਰਾ, ਪਾਲਣ ਵਾਲਾ ਹੈ। ਸੇਵਕ ਕੀ ਰਾਖੈ ਨਿਰੰਕਾਰਾ, ਭਾਵੇਂ ਨਿਰੰਕਾਰਾ ਆਕਾਰਾਂ ਤੋਂ ਰਹਿਤ ਪਰਮੇਸ਼ਰ ਹੈ, ਪਰ ਫਿਰ ਵੀ ਆਪਣੇ ਸੇਵਕ, ਆਪਣੇ ਦਾਸ ਦੀ ਗੁਪਤ ਰੂਪ ਦੇ ਰੱਖਿਆ ਕਰਦਾ ਹੈ। ਗੁਪਤ ਰੂਪ ਹੋ ਕੇ ਪਰਮੇਸ਼ਰ ਰੱਖਿਆ ਕਰਦਾ ਹੈ। ਜੋ ਪਰਮੇਸ਼ਰ ਦਾ ਸੇਵਕ ਨਾਮ ਜਪਦਾ ਹੈ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਜਿਸ ਉੱਤੇ ਹਰੀ ਵਾਹਿਗੁਰੂ ਦਇਆ ਦ੍ਰਿਸ਼ਟੀ ਧਾਰਦਾ ਹੈ, ਦਿਆਲਤਾ ਧਾਰਦਾ ਹੈ, ਉਹ ਸੇਵਕ, ਉਹ ਦਾਸ ਬਣਦਾ ਹੈ। ਜਿਸ ਉੱਤੇ ਹਰੀ ਵਾਹਿਗੁਰੂ ਦਇਆ ਦ੍ਰਿਸ਼ਟੀ ਧਾਰਦਾ ਹੈ, ਦਿਆਲਤਾ ਧਾਰਦਾ ਹੈ, ਉਹ ਸੇਵਕ ਬਣਦਾ ਹੈ, ਉਹ ਦਾਸ ਬਣਦਾ ਹੈ। ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਸੇਵਕ, ਉਹ ਦਾਸ ਪਰਮੇਸ਼ਰ ਦਾ ਨਾਮ ਹੈ, ਜੋ ਉਸ ਨੂੰ ਸਵਾਸ ਸਵਾਸ ਸੰਭਾਲਦਾ ਰਹਿੰਦਾ ਹੈ। ਜੋ ਵੀ ਸਵਾਸ ਆਉਂਦਾ ਹੈ, ਉਹ ਵਾਹਿਗੁਰੂ ਵਾਹਿਗੁਰੂ ਕਰਕੇ ਆਪਣੇ ਸਵਾਸਾਂ ਨੂੰ ਸੰਭਾਲਦਾ ਹੈ, ਬਿਰਥੇ ਨਹੀਂ ਜਾਣ ਦਿੰਦਾ। ਆਪਣੇ ਜਨ ਕਾ ਪਰਦਾ ਢਾਕੈ, ਹਰੀ ਵਾਹਿਗੁਰੂ ਆਪਣੇ ਸੇਵਕਾਂ ਦਾ ਲੋਕ ਪਰਲੋਕ ਵਿੱਚ ਪਰਦਾ ਢੱਕਦਾ ਹੈ, ਪਰਦਾ ਕੱਜਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਪਰਦਾ ਢੱਕਿਆ ਸੀ। ਭਗਤ ਕਬੀਰ ਸਾਹਿਬ ਜਿਨ੍ਹਾਂ ਦਾ ਨਿਵਾਸ ਕਾਂਸੀ ਵਿੱਚ ਸੀ, ਕਾਂਸੀ ਜੀ ਦੇ ਰਹਿੰਦੇ ਸਨ, ਪਰਮੇਸ਼ਰ ਦੀ ਬੰਦਗੀ ਦਾ ਗੂੜਾ ਰੰਗ ਭਗਤ ਕਬੀਰ ਜੀ ਨੂੰ ਚੜ੍ਹਿਆ ਹੋਇਆ ਸੀ। ਕਬੀਰ ਸਾਹਿਬ ਜੀ ਲੱਖਾਂ ਪ੍ਰਾਣੀਆਂ ਨੂੰ ਨਾਮ ਦਾ ਰੰਗ ਲਾ ਕੇ ਪਰਮੇਸ਼ਰ ਨਾਲ ਜੋੜ ਰਹੇ ਸਨ। ਕਬੀਰ ਸਾਹਿਬ ਨਾਲ ਕਾਂਸੀ ਦੇ ਬ੍ਰਾਹਮਣ ਬਹੁਤ ਈਰਖਾ ਕਰਦੇ ਸਨ। ਇੱਕ ਵਾਰੀ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਸੋਚਿਆ ਕਿ ਕਬੀਰ ਦੀ ਵਡਿਆਈ ਬਹੁਤ ਹੋ ਗਈ ਹੈ। ਸਾਧੂਆਂ ਨੂੰ ਚਿੱਠੀਆਂ ਲਿਖ ਕੇ ਪਾ ਦਿੱਤੀਆਂ ਬਦਨਾਮੀ ਕਰਨ ਵਾਸਤੇ ਕਿ ਜਮਾਤਾਂ ਬਣਾ ਕੇ ਆਓ। ਸਾਧੂਆਂ ਨੂੰ ਬ੍ਰਾਹਮਣਾਂ ਨੇ ਚਿੱਠੀਆਂ ਘੱਲ ਦਿੱਤੀਆਂ ਕਿ ਕਬੀਰ ਦੇ ਘਰ ਜੱਗ ਹੈ। ਉਸ ਵੇਲੇ ਕਬੀਰ ਦੇ ਘਰ ਸੇਰ ਆਟਾ ਵੀ ਨਹੀਂ ਸੀ, ਇਤਨੀ ਗਰੀਬੀ ਸੀ। ਕਬੀਰ ਸਾਹਿਬ ਜੀ ਇਕਾਂਤ ਵਿੱਚ ਬੈਠੇ ਬੰਦਗੀ ਕਰ ਰਹੇ ਸਨ। ਨਾਰਸਿੰਗੇ ਵੱਜਦੇ ਆਉਣ, ਸਾਧੂਆਂ ਦੀਆਂ ਜਮਾਤਾਂ ਤੁਰੀਆਂ ਆਉਣ। ਜਦੋਂ ਕਬੀਰ ਸਾਹਿਬ ਜੀ ਕੋਲ, ਕਬੀਰ ਸਾਹਿਬ ਜੀ ਦੇ ਕੋਲ ਦੀ ਲੰਘਣ ਲੱਗੇ ਤਾਂ ਕਬੀਰ ਜੀ ਪੁੱਛਣ ਲੱਗੇ ਕਿ ਜਮਾਤਾਂ ਕਿੱਥੇ ਚੱਲੀਆਂ ਹਨ। ਸਾਧੂ ਕਹਿਣ ਲੱਗੇ ਕਿ ਤੈਨੂੰ ਨਹੀਂ ਪਤਾ, ਕਾਂਸੀ ਵਿੱਚ ਕਬੀਰ ਸਾਹਿਬ ਦੇ ਘਰ ਜੱਗ ਹੈ। ਕਬੀਰ ਸਾਹਿਬ ਜੀ ਸੋਚਣ ਲੱਗੇ
ਕਿ ਘਰ ਵਿੱਚ ਤਾਂ ਆਟਾ ਵੀ ਨਹੀਂ, ਜੱਗ ਕਿੱਥੋਂ ਹੋ ਜਾਏਗਾ। ਪਰਮੇਸ਼ਰ ਦੀ ਬੰਦਗੀ ਵਿੱਚ ਪ੍ਰੇਮ ਨਾਲ ਸਮਾਧੀ ਲਾ ਕੇ ਉੱਥੇ ਹੀ ਬੈਠ ਗਏ ਕਿ ਪਰਮੇਸ਼ਰ ਆਪ ਹੀ ਲਾਜ ਰੱਖਣਾ ਕਰਨਗੇ। ਤਾਂ ਉਸ ਪਰਮੇਸ਼ਰ ਨੇ ਆਪਣੇ ਭਗਤ ਦੀ ਪੈਜ ਰੱਖਣ ਵਾਸਤੇ ਇੱਕ ਕਬੀਰ ਦਾ ਰੂਪ ਧਾਰ ਲਿਆ, ਇੱਕ ਰਾਜੇ ਦਾ ਰੂਪ ਧਾਰ ਲਿਆ, ਦੋ ਰੂਪ ਧਾਰ ਲਏ, ਇੱਕ ਭਗਤ ਕਬੀਰ ਜੀ ਦਾ, ਇੱਕ ਰਾਜੇ ਦਾ ਰੂਪ ਧਾਰਨ ਕਰ ਲਿਆ ਤੇ ਸਾਰੇ ਸਾਧੂਆਂ ਨੂੰ ਸੰਭਾਲਿਆ ਤੇ ਬਹੁਤ ਸਾਰਾ ਭੋਜਨ ਦੇ ਕੇ ਮਠਿਆਈਆਂ ਖਵਾਈਆਂ ਤੇ ਸਾਰੇ ਸਾਧੂਆਂ ਨੂੰ ਨਾਲ ਮਠਿਆਈਆਂ ਦੇ ਕੇ ਭੇਜਿਆ ਤੇ ਸਾਰੇ ਉਸੇ ਵੇਲੇ ਧੰਨ ਕਬੀਰ ਕਰਦੇ ਜਾਣ। ਜਦੋਂ ਕਬੀਰ ਜੀ ਨੇ ਸੁਣਿਆ ਤਾਂ ਪਰਮੇਸ਼ਰ ਦਾ ਧੰਨਵਾਦ ਕਰਨ ਲੱਗੇ ਕਿ ਆਪ ਹੀ ਪੈਜ ਰੱਖਣਾ ਕੀਤੀ ਹੈ ਵਾਹਿਗੁਰੂ ਪਰਮੇਸ਼ਰ। ਜਦੋਂ ਕਬੀਰ ਜੀ ਘਰ ਆਏ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਕਬੀਰ ਤੇਰੇ ਜਿਹਾ ਜੱਗ ਕਿਸੇ ਨੇ ਨਹੀਂ ਕੀਤਾ। ਤਾਂ ਕਬੀਰ ਜੀ ਨੇ ਕਿਹਾ, ਕਬੀਰ ਹਮ ਨਹੀਂ ਕੀਆ, ਨਾ ਕਰਹੇਂਗੇ ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਸ ਹਰ ਕੀਆ, ਭਇਓ ਕਬੀਰ। ਭਗਤ ਕਬੀਰ ਜੀ ਕਹਿਣ ਲੱਗੇ, ਨਾ ਹਮ ਕੀਆ, ਨਾ ਇਹ ਜੱਗ ਮੈਂ ਕੀਤਾ ਹੈ, ਨਾ ਕਰਹੇਂਗੇ, ਨਾ ਮੈਂ ਕਰ ਸਕਦਾ ਸੀ, ਨਾ ਕਰ ਸਕੈ ਸਰੀਰ, ਨਾ ਮੇਰਾ ਇਹ ਸਰੀਰ ਜੱਗ ਕਰ ਸਕਦਾ ਸੀ। ਕਿਆ ਜਾਨੋ, ਕੀ ਸਮਝ ਗਏ, ਕਿਸ ਹਰ ਕੀਆ, ਕਿ ਉਸ ਹਰੀ ਵਾਹਿਗੁਰੂ ਨੇ ਕੀਤਾ ਹੈ ਤੇ ਉਸੇ ਕਰਕੇ ਭਇਓ ਕਬੀਰ ਤੇ ਉਸੇ ਪਰਮੇਸ਼ਰ ਨੇ ਹੀ ਵਡਿਆਈ ਕਰਾਈ ਹੈ। ਸਾਰੇ ਸਾਧੂ ਕਬੀਰ ਕਹਿੰਦੇ ਜਾਂਦੇ ਹਨ। ਇਸੇ ਪ੍ਰਕਾਰ ਜਦੋਂ ਕੋਈ ਔਂਕੜ ਆਵਣੇ ਉਹਨਾਂ ਦੇ ਪਰਦੇ ਆਪ ਪਰਮੇਸ਼ਰ ਢੱਕਦਾ ਹੈ ਕਿ ਮਹਾਰਾਜ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਗੁਰਬਾਣੀ ਦੁਆਰਾ ਸੰਗਤਾਂ ਨੂੰ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਦੀ ਸੰਗਤ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਹਨ। ਹੋਈਆਂ ਭੁੱਲਾਂ ਦੀ ਖਿਮਾ। ਆਓ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰੋ, ਨਾਮ ਦੀਆਂ ਦਾਤਾਂ ਬਖਸ਼ੋ। ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਐ, ਉਤਰੈ ਮਨ ਕੀ ਭੁੱਖ। ਜਿਸ ਦੇ ਨਾਲ ਮਨ ਦੀ ਭੁੱਖ ਲੈਂਦੀ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਖਸ਼ਿਸ਼ ਕਰ ਦਿਓ, ਤਾਂ ਕਿ ਲੋਕ ਸੁਖੀਏ ਪਰਲੋਕ ਸਹੇਲੇ ਹੋ ਜਾਈਏ। ਆਓ ਜੁੜੀਏ ਆਨੰਦ ਸਾਹਿਬ ਦੀ ਬਾਣੀ ਦੇ ਨਾਲ।